ਸਤਿ ਸ੍ਰੀ ਅਕਾਲ ਦੋਸਤੋ। ਬਸ 5 ਮਿੰਟ ਦੇ ਇਸ ਸਪੈਸ਼ਲ ਐਪੀਸੋਡ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਇਸ ਸਪੈਸ਼ਲ ਐਪੀਸੋਡ ਦੀ ਲੋੜ ਕਿਉਂ ਪਈ? ਬਹੁਤ ਸੀਰੀਅਸ ਡਿਵੈਲਪਮੈਂਟਸ ਹੋਈਆਂ ਨੇ ਅੱਜ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ, ਔਰ ਇਹ ਡਿਵੈਲਪਮੈਂਟ ਅਜਿਹੀਆਂ ਨੇ ਜਿਨ੍ਹਾਂ ਨੇ ਸਾਰੇ ਹੀ ਰਾਈਟ ਥਿੰਕਿੰਗ ਲੋਕਾਂ ਨੂੰ ਸੋਚਣ 'ਤੇ ਲਾ ਦਿੱਤਾ ਹੈ ਕਿ ਅਸੀਂ ਵਾਕਈ ਹੀ ਲੋਕਤੰਤਰ ਵਿੱਚ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ, ਕਿ ਸਾਡਾ ਸਿਸਟਮ ਵਾਕਈ ਹੀ ਇੰਨਾ ਬੇਈਮਾਨ ਕਰਪਟ ਹੋ ਚੁੱਕਿਆ ਹੈ ਕਿ ਸਿਟਿੰਗ ਚੀਫ ਮਿਨਿਸਟਰ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ। ਕੀ ਸਾਡੇ ਸਿਆਸਤਦਾਨ ਕਰਪਟ ਹਨ ਅਤੇ ਜਾਂ ਫਿਰ ਉਹ ਵਿਕਟਮ ਹਨ ਪੋਲੀਟੀਕਲ ਵੈਂਡੇਟਾ ਦੇ? ਬਹੁਤ ਸਾਰੇ ਸਵਾਲ ਉੱਠ ਰਹੇ ਨੇ, ਔਰ ਇਹ ਸਵਾਲ ਹਨ ਵੀ ਬਹੁਤ ਜ਼ਰੂਰੀ ਅਤੇ ਲਾਜ਼ਮੀ। ਇਹਨਾਂ ਦੇ ਜਵਾਬ ਸਾਨੂੰ ਜਲਦ ਮਿਲਣੇ ਚਾਹੀਦੇ ਨੇ। ਅਰਵਿੰਦ ਕੇਜਰੀਵਾਲ ਦੀ ਅੱਜ ਜਿਹੜੀ ਗ੍ਰਿਫਤਾਰੀ ਹੋਈ ਹੈ ਐਕਸਾਈਜ਼ ਪਾਲਿਸੀ ਕੇਸ ਵਿੱਚ, ਉਹ 5ਵੇਂ ਇਨਸਾਨ ਬਣ ਗਏ ਨੇ ਇਸ ਕੇਸ ਵਿੱਚ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ। ਔਰ ਗ੍ਰਿਫਤਾਰੀ ਦੇਖੋ, ਅੱਜ ਉਹ ਦਿੱਲੀ ਹਾਈ ਕੋਰਟ ਵਿੱਚ ਉਹਨਾਂ ਨੂੰ ਸ਼ੱਕ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਬਿਕਾਜ਼ ਉਹਨਾਂ ਨੇ ਜਿਹੜੇ ਇਨਫੋਰਸਮੈਂਟ ਡਾਇਰੈਕਟਰੇਟ ਤੋਂ ਆ ਰਹੇ ਸਨ ਸਮਨ ਬਾਰ-ਬਾਰ ਐਕਸਾਈਜ਼ ਕੇਸ ਵਿੱਚ, ਉਹਨਾਂ ਦੀ ਤਾਮੀਲ ਕਰਨ ਤੋਂ ਰਿਫਿਊਜ਼ ਕੀਤਾ ਸੀ। ਅਤੇ ਉਹਨਾਂ ਨੇ ਇੰਸਟੈਂਟ ਬਿਹਤਰ ਸਮਝਿਆ ਸੀ ਕਿ ਉਹ ਕੋਰਟ ਤੋਂ ਰਿਲੀਫ ਲੈ ਕੇ ਈਡੀ ਸਾਹਮਣੇ ਪੇਸ਼ ਨਾ ਹੋਣ। ਪਰ ਅੱਜ ਜਦੋਂ ਦਿੱਲੀ ਹਾਈ ਕੋਰਟ ਤੋਂ ਉਹਨਾਂ ਨੂੰ ਕੋਈ ਰਿਲੀਫ ਨਹੀਂ ਮਿਲਿਆ, ਤਾਂ ਕੁਝ ਘੰਟਿਆਂ ਬਾਅਦ ਹੀ ਇੱਕ 12 ਮੈਂਬਰੀ ਈਡੀ ਦੀ ਟੀਮ ਉਹਨਾਂ ਦੇ ਸਰਕਾਰੀ ਰਿਹਾਇਸ਼ 'ਤੇ ਪਹੁੰਚ ਗਈ। ਉਹਨਾਂ ਦੀ ਜਵਾਬ ਤਲਬੀ ਕੀਤੀ ਗਈ, ਘਰ ਦੀ ਸਰਚ ਕੀਤੀ ਗਈ। ਉਸ ਤੋਂ ਬਾਅਦ ਉਹਨਾਂ ਨੂੰ ਕਸਟਡੀ ਵਿੱਚ ਲੈ ਲਿਆ ਗਿਆ ਅਤੇ ਇੱਕ ਨਵਾਂ ਚੈਪਟਰ ਭਾਰਤ ਦੀ ਸਿਆਸਤ ਵਿੱਚ ਸ਼ੁਰੂ ਹੋ ਗਿਆ ਕਿ ਕੋਈ ਵੀ ਸਿਟਿੰਗ ਚੀਫ ਮਿਨਿਸਟਰ ਵੀ ਅਰੈਸਟ ਹੋ ਸਕਦਾ ਹੈ। ਬੇਸ਼ੱਕ ਭਾਰਤੀ ਕਾਨੂੰਨ, ਭਾਰਤੀ ਸੰਵਿਧਾਨ ਰਾਸ਼ਟਰਪਤੀ ਅਤੇ ਗਵਰਨਰਾਂ ਨੂੰ ਹੀ ਇਮਿਊਨਿਟੀ ਪ੍ਰੋਵਾਈਡ ਕਰਦਾ ਹੈ ਕਿ ਉਹਨਾਂ ਦੀ ਜਦ ਉਹ ਆਫਿਸ ਵਿੱਚ ਹੋਣ, ਉਹਨਾਂ ਦੀ ਗ੍ਰਿਫਤਾਰੀ ਕਿਸੇ ਵੀ ਕ੍ਰਿਮੀਨਲ ਕੇਸ ਵਿੱਚ ਨਹੀਂ ਹੋ ਸਕਦੀ। ਪਰੰਤੂ ਚੀਫ ਮਿਨਿਸਟਰ ਇਸ ਜਿਹੜੇ ਇਮਿਊਨਿਟੀ ਦੇ ਵਿੱਚ ਕਵਰ ਨਹੀਂ ਹੁੰਦੇ। ਨਾ ਚੀਫ ਮਿਨਿਸਟਰ, ਨਾ ਮਿਨਿਸਟਰ ਅਤੇ ਈਵਨ ਪ੍ਰਾਈਮ ਮਿਨਿਸਟਰ ਵੀ ਕਵਰ ਨਹੀਂ ਹੁੰਦੇ। ਹਾਂ, ਉਹ ਬੇਸ਼ੱਕ ਪਹਿਲੇ ਚੀਫ ਮਿਨਿਸਟਰ ਨਹੀਂ ਹਨ ਜਿਨ੍ਹਾਂ 'ਤੇ ਇਸ ਤਰ੍ਹਾਂ ਦਾ ਕੇਸ ਬਣਿਆ, ਪਰ ਸਿਟਿੰਗ ਚੀਫ ਮਿਨਿਸਟਰ ਵਜੋਂ ਅਰਵਿੰਦ ਕੇਜਰੀਵਾਲ ਅੱਜ ਉਹ ਡਿਸਟਿੰਕਸ਼ਨ ਲੈ ਗਏ ਕਿ ਇਨ ਆਫਿਸ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਉਹਨਾਂ ਵੱਲੋਂ ਅਤੇ ਉਹਨਾਂ ਦੀ ਪਾਰਟੀ ਵੱਲੋਂ ਉਹਨਾਂ ਦੇ ਸਮਰਥਨ ਵਿੱਚ ਇਹ ਕਿਹਾ ਗਿਆ ਕਿ ਉਹ ਅਸਤੀਫਾ ਨਹੀਂ ਦੇਣਗੇ ਅਤੇ ਜੇਲ੍ਹ ਤੋਂ ਵੀ ਆਪਣੀ ਸਰਕਾਰ ਚਲਾਉਂਦੇ ਰਹਿਣਗੇ। ਮਾਮਲਾ ਬੜਾ ਸੀਰੀਅਸ ਹੈ। ਐਕਸਾਈਜ਼ ਪਾਲਿਸੀ ਦਾ ਮਾਮਲੇ ਵਿੱਚ 4 ਲੋਕ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਨੇ, ਔਰ 4 ਵਿੱਚੋਂ ਕਿਸੇ ਨੂੰ ਵੀ ਅੱਜ ਤੱਕ ਬੇਲ ਨਹੀਂ ਮਿਲੀ। ਬੇਸ਼ੱਕ ਇੱਕ ਕੇਸ ਲਗਭਗ 1 ਸਾਲ ਤੋਂ ਵੀ ਜ਼ਿਆਦਾ ਵਕਫੇ ਤੋਂ ਚੱਲ ਰਿਹਾ ਹੈ, ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਔਰ ਬਹੁਤ ਸਾਰੀਆਂ ਇਹਦੇ ਵਿੱਚ ਜਿਹੜੀਆਂ ਐਲੀਗੇਸ਼ਨਸ ਨੇ ਕਿ ਬੜੀਆਂ ਬੇਨਿਯਮੀਆਂ ਕਮਿਟ ਕੀਤੀਆਂ ਗਈਆਂ, ਉਹਨਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ। ਔਰ ਕਿਹਾ ਜਾਂਦਾ ਹੈ ਕਿ ਲੱਖਾਂ ਨਹੀਂ ਕਰੋੜਾਂ ਰੁਪਏ ਦਾ ਆਨ ਪ੍ਰਦਾਨ ਹੋਇਆ ਹੈ, ਔਰ ਪਰੰਤੂ ਜਦ ਤੱਕ ਕੋਈ ਕਨਵਿਕਟ ਨਹੀਂ ਹੋ ਜਾਂਦਾ, ਉਸ ਨੂੰ ਨਹੀਂ ਕਿਹਾ ਜਾ ਸਕਦਾ ਕਿ ਉਹ ਵਾਕਈ ਇਸ ਜੁਰਮ ਦਾ ਭਾਗੀਦਾਰ ਹੈ। ਇਲੈਕਸ਼ਨਾਂ ਦਾ ਟਾਈਮ ਹੈ, ਲੋਕ ਸਭਾ ਦੇ ਇਲੈਕਸ਼ਨਾਂ ਦਾ ਬਿਗਲ ਵੱਜ ਚੁੱਕਿਆ ਹੈ, ਔਰ ਇਲੈਕਸ਼ਨਾਂ ਵਿੱਚ ਇੱਕ ਨਵਾਂ ਅਲਾਇੰਸ ਸਾਹਮਣੇ ਆਇਆ। NDA ਦੇ ਖਿਲਾਫ ਇੱਕ ਨਵਾਂ ਅਲਾਇੰਸ, INDI ਅਲਾਇੰਸ, ਜਿਹਨੂੰ ਇੰਡੀਆ ਅਲਾਇੰਸ ਵੀ ਕਿਹਾ ਜਾਂਦਾ ਹੈ, ਔਰ ਜਿਹਦੇ ਵਿੱਚ ਕਾਂਗਰਸ ਅਤੇ ਆਪ ਕੁਛ ਪ੍ਰਾਂਤਾਂ ਵਿੱਚ ਇਕੱਠੇ ਹੋ ਕੇ ਚੋਣਾਂ ਲੜਨਗੇ ਅਤੇ ਬਾਕੀ ਪਾਰਟੀਆਂ ਇਹਨਾਂ ਦੇ ਨਾਲ ਸ਼ਾਮਿਲ ਨੇ। ਉਹ ਪਾਰਟੀਆਂ ਜਿਹੜੀਆਂ NDA ਦਾ ਵਿਰੋਧ ਕਰ ਰਹੀਆਂ ਨੇ। ਤੁਹਾਨੂੰ ਯਾਦ ਹੋਵੇਗਾ ਕੁਛ ਮਹੀਨੇ ਪਹਿਲਾਂ ਜਦੋਂ ਮੈਂ ਰਾਂਚੀ ਸਾਂ, ਓਲੰਪਿਕ ਵਿਮਨ ਹਾਕੀ ਦਾ ਕੁਆਲੀਫਾਇੰਗ ਟੂਰਨਾਮੈਂਟ ਚੱਲ ਰਿਹਾ ਸੀ। ਉੱਥੋਂ ਦੇ ਮੁੱਖ ਮੰਤਰੀ ਝਾਰਖੰਡ ਮੁਕਤੀ ਮੋਰਚਾ ਦੇ ਮਿਸਟਰ ਹੇਮੰਤ ਸੋਰੇਨ,
ਉਹਨਾਂ ਉੱਤੇ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਕਿ ਉਹਨਾਂ ਨੇ ਬਹੁਤ ਬੇਨਿਯਮੀਆਂ ਕਮਿਟ ਕੀਤੀਆਂ ਨੇ। ਅਤੇ ਜਿਸ ਦਿਨ ਟੂਰਨਾਮੈਂਟ ਦਾ ਫਾਈਨਲ ਸੀ ਉਸ ਤੋਂ ਅਗਲੇ ਦਿਨ ਹੀ ਉਹਨਾਂ ਦੀ ਪੁੱਛਗਿੱਛ ਹੋਣੀ ਸੀ। ਉਹਨਾਂ ਨੇ ਪੁੱਛਗਿੱਛ ਹੋਈ, ਕਾਫੀ ਇੰਟੈਂਸ ਪੁੱਛਗਿੱਛ ਹੋਈ। ਉਸ ਤੋਂ ਬਾਅਦ ਉਹਨਾਂ ਨੇ ਆ ਕੇ ਅਗਲੇ ਦਿਨਾਂ ਵਿੱਚ ਆਪਣਾ ਅਸਤੀਫਾ ਦੇ ਦਿੱਤਾ ਅਤੇ ਇੱਕ ਆਪਣੇ ਹੋਰ ਇੱਕ ਕੁਲੀਗ ਨੂੰ, ਕੈਬਨਿਟ ਮਿਨਿਸਟਰ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪ ਦਿੱਤਾ ਅਤੇ ਆਪ ਉਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਰੈਸਟ ਕਰ ਲਿਆ। ਸੋ ਉਹਨਾਂ ਨੇ ਚੀਫ ਮਿਨਿਸਟਰੀ ਤੋਂ ਅਸਤੀਫਾ ਦੇ ਦਿੱਤਾ ਸੀ ਆਪਣੀ ਅਰੈਸਟ ਤੋਂ ਪਹਿਲਾਂ, ਲੇਕਿਨ ਅਰਵਿੰਦ ਕੇਜਰੀਵਾਲ ਨੇ ਨਾ ਅਸਤੀਫਾ ਦਿੱਤਾ ਅਤੇ ਨਾ ਹੀ ਅਰੈਸਟ ਹੋਣ ਤੋਂ ਬਾਅਦ ਉਹਨਾਂ ਨੇ ਕੋਈ ਇੱਦਾਂ ਦਾ ਇਰਾਦਾ ਜਤਾਇਆ ਕਿ ਉਹ ਅਸਤੀਫਾ ਦੇ ਕੇ ਇਨਵੈਸਟੀਗੇਸ਼ਨ ਜੁਆਇਨ ਕਰਨਗੇ। ਉਹਨਾਂ ਨੇ ਉਲਟਾ ਕਿਹਾ ਕਿ ਉਹਨਾਂ 'ਤੇ ਇੱਕ ਪੋਲੀਟੀਕਲ ਪ੍ਰੈਸ਼ਰ ਬਣਾਉਣ ਲਈ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਆਪ ਦੇ ਲੀਡਰਸ਼ਿਪ ਹੀ ਨਹੀਂ, ਆਪ ਦੇ ਵਰਕਰ ਹੀ ਨਹੀਂ, ਹੋਰ ਬਹੁਤ ਸਾਰੀ ਪਾਰਟੀਆਂ ਨੇ ਵੀ ਇਸ ਅਰੈਸਟ ਦੀ ਨਿੰਦਾ ਕੀਤੀ ਹੈ, ਜਿਨ੍ਹਾਂ ਵਿੱਚ ਕਾਂਗਰਸ ਦੇ ਕੁਝ ਵੱਡੇ ਲੀਡਰ ਵੀ ਸ਼ਾਮਲ ਨੇ ਅਤੇ ਕੁਝ ਹੋਰ ਪਾਰਟੀਆਂ ਦੇ ਲੀਡਰ ਵੀ ਸ਼ਾਮਲ ਨੇ। ਪਰੰਤੂ ਕੁਝ ਪਾਰਟੀਆਂ ਨੇ ਇਸ ਐਕਸ਼ਨ ਦੀ ਸਪੋਰਟ ਵੀ ਕੀਤੀ ਹੈ। ਜਿਹੜੀਆਂ ਪਾਰਟੀਆਂ NDA ਦੇ ਨਾਲ ਖੜੀਆਂ ਨੇ ਉਹਨਾਂ ਨੇ ਅਰੈਸਟ ਦੀ ਸਪੋਰਟ ਕੀਤੀ ਹੈ ਅਤੇ ਕਿਹਾ ਹੈ ਕਿ ਜਦੋਂ ਬਾਰ-ਬਾਰ ਸਮਨ ਆ ਰਹੇ ਸਨ ਤਾਂ ਅਰਵਿੰਦ ਕੇਜਰੀਵਾਲ ਨੇ ਉਸ ਸਮਨ ਦੀ ਪਾਲਣਾ ਕਿਉਂ ਨਹੀਂ ਕੀਤੀ ਅਤੇ ਕਿਉਂ ਨਹੀਂ ਕੋਆਪਰੇਟ ਕੀਤਾ ਇਨਵੈਸਟੀਗੇਸ਼ਨ ਦੇ ਨਾਲ। ਦੇਖੋ, ਭਾਰਤ ਵਿੱਚ ਹੁਣ ਤੱਕ ਕਈ ਸਾਰੇ ਚੀਫ ਮਿਨਿਸਟਰ ਇਸ ਤਰ੍ਹਾਂ ਦੇ ਕਰਪਸ਼ਨ ਦੇ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕੇ ਨੇ, ਜਿਨ੍ਹਾਂ ਵਿੱਚ ਸਾਡੇ ਗੁਆਂਢੀ ਰਾਜ ਹਰਿਆਣਾ ਦੇ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਤਾਮਿਲਨਾਡੂ ਦੀ ਬਹੁਤ ਪਾਵਰਫੁਲ ਚੀਫ ਮਿਨਿਸਟਰ ਜਯਲਲਿਤਾ, ਬਿਹਾਰ ਦੇ ਬਹੁਤ ਹੀ ਪਾਵਰਫੁਲ ਲੀਡਰ ਲੱਲੂ ਪ੍ਰਸਾਦ ਯਾਦਵ ਔਰ ਝਾਰਖੰਡ ਦੇ ਹੀ ਹੇਮੰਤ ਸੋਰੈਨ ਤੋਂ ਪਹਿਲਾਂ ਇੱਕ ਹੋਰ ਮੁੱਖ ਮੰਤਰੀ, ਉਹ ਵੀ ਕਰਪਸ਼ਨ ਚਾਰਜਿਸ ਵਿੱਚ ਜੇਲ੍ਹ ਜਾ ਚੁੱਕੇ ਨੇ। ਸੋ ਇਹ ਲਿਸਟ ਜਿਹੜੀ ਹੈ ਮੁੱਖ ਮੰਤਰੀਆਂ ਦੀ ਜਿਨ੍ਹਾਂ 'ਤੇ ਕਰਪਸ਼ਨ ਦੇ ਕੇਸ ਬਣੇ, ਜਿਨ੍ਹਾਂ ਦੇ ਕਈਆਂ ਦੇ ਕਰਪਸ਼ਨ ਦੇ ਚਾਰਜਿਸ ਪ੍ਰੂਵ ਵੀ ਹੋ ਗਏ, ਕਨਵਿਕਟ ਵੀ ਹੋ ਗਏ, ਉਹ ਲਿਸਟ ਦਿਨ ਬਰ ਦਿਨ ਲੰਬੀ ਹੁੰਦੀ ਜਾ ਰਹੀ ਹੈ। ਤਾਂ ਇਹ ਸਾਰੇ ਇੰਸੀਡੈਂਟ ਦੇ ਕੇ ਇੱਕ ਗੱਲ ਤਾਂ ਲਾਜ਼ਮੀ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਸਿਸਟਮ ਵਿੱਚ ਬਹੁਤ ਸਾਰੀਆਂ ਉਣਤਾਈਆਂ ਆ ਗਈਆਂ ਨੇ, ਜਿਸ ਕਾਰਨ ਇਸ ਤਰ੍ਹਾਂ ਦੇ ਜਿਹੜੇ ਐਪੀਸੋਡਸ ਨੇ, ਇਸ ਤਰ੍ਹਾਂ ਦੇ ਕੇਸ ਨੇ, ਉਹਨਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਤਾਂ ਇਸ ਤਰ੍ਹਾਂ ਦੇ ਕੇਸ ਨਾ ਹੋਣ ਔਰ ਲੋਕਾਂ ਨੂੰ ਸਾਫ ਸੁਥਰੀ ਗਵਰਨੈਂਸ ਮਿਲੇ ਔਰ ਪੋਲੀਟੀਕਲ ਵੈਂਡੇਟਾ ਦਾ ਸਕੋਪ ਨਾ ਰਹੇ, ਤਾਂ ਉਸ ਲਈ ਜ਼ਰੂਰ ਸਭ ਨੂੰ ਮਿਲ ਬੈਠ ਕੇ ਸੋਚਣਾ ਪਵੇਗਾ। ਇਸ ਤਰ੍ਹਾਂ ਦਾ ਇੱਕ ਸਿਸਟਮ ਵਰਕਆਊਟ ਕਰਨਾ ਪਵੇਗਾ ਤਾਂ ਜੋ ਲੋਕ ਪਾਵਰ ਵਿੱਚ ਆਉਣ, ਉਹਨਾਂ ਉੱਤੇ ਸੰਵਿਧਾਨਿਕ ਤੌਰ 'ਤੇ ਲੋਕਾਂ ਵੱਲੋਂ ਆਪਣੇ ਤੌਰ 'ਤੇ ਇਸ ਤਰ੍ਹਾਂ ਦਾ ਮੈਕੈਨਿਜ਼ਮ ਡਿਵੈਲਪ ਕੀਤਾ ਜਾਵੇ ਕਿ ਉਹਨਾਂ ਨੂੰ ਜਦੋਂ ਵੀ ਉਹ ਕਿਸੇ ਗਲਤ ਰਾਹੇ ਤੁਰਨ ਅਤੇ ਉਹਨਾਂ ਨੂੰ ਇਮੀਡੀਏਟਲੀ ਰੋਕਿਆ ਜਾਵੇ ਅਤੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ। ਬਿਕੋਜ਼ ਇਸ ਤਰ੍ਹਾਂ ਦੀ ਕਰਪਸ਼ਨ ਇੱਕ ਲੋਕਤੰਤਰ ਲਈ ਬਹੁਤ ਹਾਨੀਕਾਰਕ ਹੈ। ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਹੈ ਕਿ ਜਦੋਂ ਲੋਕਾਂ ਦੇ ਹੀ ਚੁਣੇ ਹੋਏ ਲੋਕ ਉਹਨਾਂ ਉੱਤੇ ਇਸ ਤਰ੍ਹਾਂ ਦੇ ਸੀਰੀਅਸ ਐਲੀਗੇਸ਼ਨ ਲੱਗ ਜਾਣ। ਠੀਕ ਹੈ, ਇਸ ਕੇਸ ਵਿੱਚ, ਇਹਦੇ ਮੈਰਿਟਸ ਦੇ ਕੇਸ ਵਿੱਚ ਕਿਸੇ ਨੂੰ ਕੁਛ ਨਹੀਂ ਕਹਿਣਾ ਚਾਹੀਦਾ, ਬਿਕੋਜ਼ ਜਦੋਂ ਹੁਣ ਕੇਸ ਰਜਿਸਟਰ ਹੋ ਗਿਆ, ਇਨਵੈਸਟੀਗੇਸ਼ਨ ਹੋ ਰਹੀ ਹੈ ਅਤੇ ਲੀਗਲ ਜਿਹੜੀ ਐਡਜੂਡੀਕੇਸ਼ਨ ਹੋਏਗੀ ਉਹਦੇ 'ਚ ਪਤਾ ਚੱਲ ਜਾਏਗਾ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਏਗਾ। ਲੇਕਿਨ ਬਿਨਾਂ ਅੱਗ ਦੇ ਧੂੰਆਂ ਨਹੀਂ ਨਿਕਲਦਾ। ਕੁਛ ਨਾ ਕੁਛ ਗੱਲ ਤਾਂ ਜ਼ਰੂਰ ਹੋਵੇਗੀ ਜਿਹੜੀ ਇੰਨਾ ਵੱਡਾ ਇੱਕ ਕੇਸ ਬਣਿਆ ਔਰ ਇੱਕ ਪਾਰਟੀ, ਰੂਲਿੰਗ ਪਾਰਟੀ 'ਤੇ ਐਲੀਗੇਸ਼ਨ ਲੱਗ ਰਹੇ ਨੇ ਕਿ ਉਹਨਾਂ ਦੀ ਇਹ ਪੋਲੀਟਿਕਸ ਆਫ ਵੈਂਡੇਟਾ ਹੈ, ਜਿਹਦੇ ਕਾਰਨ ਉਹ ਆਪ ਨੂੰ ਅੱਗੇ ਆਉਣ ਤੋਂ ਰੋਕਣ ਵਿੱਚ ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਠੀਕ ਹੈ, ਗਲਤ ਤਾਂ ਗਲਤ ਹੀ ਰਹੇਗਾ,
ਕੋਈ ਵੀ ਪਾਰਟੀ ਹੋਵੇ, ਕਿੰਨੇ ਵੀ ਪਾਵਰਫੁਲ ਹੋਵੇ, ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਕਿ ਦੂਜਿਆਂ ਉੱਤੇ ਤੁਹਮਤਾਂ ਲਾ ਕੇ ਉਹਨਾਂ ਦੀ ਤਰੱਕੀ ਵਿੱਚ, ਸਿਆਸੀ ਤਰੱਕੀ ਵਿੱਚ ਰੋੜਾ ਬਣ ਸਕਣ। ਪਰੰਤੂ ਦੂਜੀ ਧਿਰ ਨੂੰ ਵੀ ਸੰਯਮ ਇਸਤੇਮਾਲ ਕਰਨ ਦੀ ਜ਼ਰੂਰਤ ਹੈ। ਹਰ ਵੇਲੇ ਕਨਫਰੰਟੇਸ਼ਨ ਨਾਲ ਸਿਆਸਤ ਨਹੀਂ ਚੱਲਦੀ। ਕਨਫਰੰਟੇਸ਼ਨਾਂ ਵਿੱਚ ਹਮੇਸ਼ਾ ਸਰਕਾਰਾਂ ਦਾ ਅਤੇ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਹੈ, ਔਰ ਇਹ ਸਭ ਕੁਝ ਸਾਡੇ ਸਾਹਮਣੇ ਹੈ ਕਿ ਉਹਨਾਂ ਸਟੇਟਾਂ ਵਿੱਚ ਜਿੱਥੇ ਜਿੱਥੇ ਵੀ ਸਰਕਾਰਾਂ ਕੇਂਦਰ ਸਰਕਾਰਾਂ ਨਾਲ ਆਪਸੀ ਤਾਲਮੇਲ ਨਹੀਂ ਹੈ, ਆਪਸ ਵਿੱਚ ਕਨਫਰੰਟੇਸ਼ਨਸ ਨੇ, ਉੱਥੇ ਨਾ ਤਰੱਕੀ ਹੁੰਦੀ ਹੈ ਅਤੇ ਉਲਟਾ ਲੋਕਾਂ ਨੂੰ ਅਜਿਹੇ ਸਮੇਂ ਦੇਖਣੇ ਪੈਂਦੇ ਨੇ ਜਿਹੜੇ ਉਹ ਕਦੇ ਵੀ ਵਿਸ਼ ਨਹੀਂ ਕਰਨਗੇ ਕਿ ਉਹਨਾਂ ਦੇ ਸਾਹਮਣੇ ਉਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ। ਸੋ ਹਾਲਾਤ ਇਲੈਕਸ਼ਨ ਤੋਂ ਪਹਿਲਾਂ ਇੰਨੇ ਟੈਂਸ ਹੋ ਜਾਣ ਕਿ ਲੋਕ ਸੜਕਾਂ ਦੇ ਉੱਤਰ ਆਉਣ, ਕੁਛ ਆਪਣੀ ਸਰਕਾਰ ਦੇ ਹੱਕ ਵਿੱਚ ਅਤੇ ਕੁਛ ਕੇਂਦਰ ਸਰਕਾਰ ਦੇ ਹੱਕ ਵਿੱਚ। ਇਸ ਤਰ੍ਹਾਂ ਦੀ ਕਨਫਰੰਟੇਸ਼ਨ ਕਿਹਦੇ ਲਈ ਚੰਗੀ ਹੈ? ਕਿਸੇ ਲਈ ਵੀ ਚੰਗੀ ਨਹੀਂ। ਸੋ ਅਸੀਂ ਇੱਕ ਅਜਿਹੇ ਮੋੜ 'ਤੇ ਖੜ੍ਹੇ ਹਾਂ ਲੋਕਤੰਤਰ ਦੇ ਰਾਜ ਵਿੱਚ ਕਿ ਜਿੱਥੇ ਸਾਨੂੰ ਫੈਸਲਾ ਕਰਨਾ ਪਵੇਗਾ ਕਿ ਅਸੀਂ ਕਿਹੜੀ ਰਾਹ ਜਾਣਾ, ਕਨਫਰੰਟੇਸ਼ਨ ਦੀ ਰਾਹ 'ਤੇ ਜਾਣਾ ਅਤੇ ਜਾਂ ਫਿਰ ਇੱਕ ਟਰਾਂਸਪੇਰੈਂਟ ਐਡਮਿਨਿਸਟ੍ਰੇਸ਼ਨ ਇਨਸ਼ੋਰ ਕਰਨ ਵੱਲ ਕਦਮ ਚੁੱਕ ਕੇ ਇੱਕ ਸਾਫ ਸੁਥਰੀ ਗਵਰਨੈਂਸ ਲੋਕਾਂ ਨੂੰ ਦਿੱਤੀ ਜਾ ਸਕੇ, ਉਸ ਵੱਲ ਅੱਗੇ ਤਰੱਕੀ ਕਰਨੀ ਹੈ। ਚਲੋ ਮੈਂ ਸੋਚਿਆ ਅੱਜ ਕਿਉਂਕਿ ਬਹੁਤ ਇੰਪੋਰਟੈਂਟ ਸਬਜੈਕਟ ਹੈ, ਇਹਦੇ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂ ਅਤੇ ਆਉਂਦੇ ਦਿਨਾਂ ਵਿੱਚ ਹੋਰ ਸਬਜੈਕਟ ਲੈ ਕੇ ਫਿਰ ਰੂਬਰੂ ਹੋਵਾਂਗਾ। ਤਦ ਤੱਕ ਇਜਾਜ਼ਤ ਦਿਓ, ਖੁਸ਼ ਰਹੋ, ਸਲਾਮਤ ਰਹੋ।